मैं तिंदरपाल सिंह समूह श्रोतिਆਂ ਦਾ ਸਵਾਗਤ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 31 ਅਗਸਤ 2022 ਨੂੰ ਆਮ ਖਾਸ ਬਾਗ ਸਰਹੰਦ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਇੱਕ ਵਿਸ਼ੇਸ਼ ਇਕੱਤਰਤਾ ਹੋਈ। ਇਸ ਇਕੱਤਰਤਾ ਵਿੱਚ ਜਿਹੜੇ ਮਤੇ ਪਾਸ ਕੀਤੇ ਗਏ ਉਹਨਾਂ ਮਤਿਆਂ ਦੇ ਸੰਬੰਧ ਵਿੱਚ ਜਿਹੜੀ ਇੱਕ ਅਹਿਮ ਗੱਲ ਕੀਤੀ ਗਈ, ਉਸ ਅਹਿਮ ਗੱਲ ਵੱਲ ਖਾਲਸਾ ਪੰਥ ਨੂੰ ਅਤੇ ਕੌਮ ਨੂੰ ਵਿਸ਼ੇਸ਼ ਤੌਰ 'ਤੇ ਧਿਆਨ ਦੇਣ ਦੀ ਲੋੜ ਹੈ। ਅੱਜ ਦੀ ਵਿਸ਼ਾ ਵਸਤੂ ਇਹੋ ਹੈ। ਮੈਂ ਪਹਿਲਾਂ ਜੋ ਪਾਸ ਕੀਤਾ ਗਿਆ ਅਖਬਾਰਾਂ 'ਚ ਜੋ ਛਾਪਿਆ ਗਿਆ ਉਸ ਦੇ ਸੰਬੰਧ ਵਿੱਚ ਮੈਂ ਦੱਸ ਦੇਣਾ ਚਾਹੁੰਦਾ ਤੁਹਾਨੂੰ ਕਿ ਇਸ ਦੇ ਜਿਹੜੇ ਸਰਦਾਰ ਇੱਕ ਪਾਰਟੀ ਦੇ ਮੁੱਖ ਬੁਲਾਰੇ ਅਤੇ ਸਿਆਸੀ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਰਦਾਰ ਇਕਬਾਲ ਸਿੰਘ ਜੀ ਟਿਵਾਣਾ ਰਾਹੀਂ ਦਫ਼ਤਰ ਤੋਂ ਵਿਧੀਵਤ ਰੂਪ ਵਿੱਚ ਜਾਰੀ ਕੀਤੇ ਗਏ ਲਿਖਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਤਿਰੰਗੇ ਵਿੱਚ ਸਿੱਖ ਕੌਮ ਦਾ ਨਾ ਤਾਂ ਕੋਈ ਰੰਗ ਹੈ ਅਤੇ ਨਾ ਹੀ ਸਾਡੇ ਕੌਮੀ ਚਿੰਨ੍ਹ ਖੰਡੇ ਅਤੇ ਸ੍ਰੀ ਸਾਹਿਬ ਦੇ ਉਹ ਨਿਸ਼ਾਨ ਹਨ। ਇਹ ਗੱਲ ਸਪਸ਼ਟ ਤੌਰ 'ਤੇ ਆਖੀ ਗਈ ਹੈ। ਇਸ ਸੰਬੰਧੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ 1999 ਤੋਂ 2004 ਦੇ ਪਾਰਲੀਮੈਂਟ ਹਾਊਸ ਵਿੱਚ ਆਪਣੀ ਤਕਰੀਰ ਦੌਰਾਨ ਇਸ ਤਿਰੰਗੇ ਵਿੱਚ ਸਿੱਖਾਂ ਦਾ ਗੂੜਾ ਨੀਲਾ ਰੰਗ ਦੇ ਨਾਲ ਖੰਡਾ ਕਿਰਪਾਨ ਦਰਜ ਕਰਨ ਦੀ ਮੰਗ ਕੀਤੀ ਗਈ ਸੀ, ਜੋ ਮੁਤੱਸਵੀ ਹੁਕਮਰਾਨਾਂ ਨੇ ਪ੍ਰਵਾਨ ਨਹੀਂ ਕੀਤੀ। ਇਹ ਗੱਲ ਕਹੀ ਗਈ ਹੈ। ਇਸ ਨੂੰ ਇਨਵਰਟਡ ਕਾਮੇ ਵਿੱਚ ਤੁਹਾਨੂੰ ਲੈਣਾ ਪੈਣਾ। ਮੈਂ ਸਕਰੀਨ 'ਤੇ ਵੀ ਤੁਹਾਨੂੰ ਇਹ ਗੱਲ ਦਿਖਾ ਰਿਹਾ, ਤੁਸੀਂ ਦੇਖ ਲਿਆ ਜੇ। ਹੁਣ ਮੁੱਦਾ ਹੈਗਾ ਕਿ ਤਿਰੰਗੇ ਦੇ ਸੰਬੰਧ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਪਾਰਲੀਮੈਂਟ ਵਿੱਚ ਕੀ ਆਖਿਆ ਸੀ। ਇਹ ਪਹਿਲਾਂ ਵਿਸ਼ੇਸ਼ ਤੌਰ 'ਤੇ ਸਾਨੂੰ ਪਤਾ ਹੋਣਾ ਚਾਹੀਦਾ। ਜਦ ਤੱਕ ਸਾਨੂੰ ਇਹੀ ਨਹੀਂ ਪਤਾ ਤੇ ਇਸ ਬਿਆਨ ਪਿਛਲੀ ਡੀਪ ਸਟੇਟ ਦੀ ਭਾਵਨਾ ਸਾਨੂੰ ਸਮਝ ਨਹੀਂ ਆ ਸਕਦੀ। ਡੀਪ ਸਟੇਟ ਕਿਵੇਂ ਵਰਕ ਕਰਦੀ ਹੈ, ਕਿਵੇਂ ਉਹ ਹਰ ਕਮਿਊਨਿਟੀ ਦੇ ਅੰਦਰ ਤੋੜ-ਫੋੜ ਕਰਦੀ ਹੈ, ਹਰ ਕਮਿਊਨਿਟੀ 'ਚ ਤੋੜ-ਫੋੜ ਕਰਨ ਤੋਂ ਬਾਅਦ ਉਸ ਦੇ ਸਿਧਾਂਤਾਂ, ਉਸ ਦੇ ਸੰਕਲਪਾਂ ਅਤੇ ਉਸ ਵੱਲੋਂ ਕੀਤੀਆਂ ਗਈਆਂ ਪ੍ਰਾਪਤੀਆਂ ਨੂੰ ਨੇਸਤਨਾਬੂਦ ਕਰ ਦਿੰਦੀ ਹੈ। ਮਤਲਬ ਹੋਈਆਂ ਪ੍ਰਾਪਤੀਆਂ ਦੀ ਵੀ ਨਸਲਕੁਸ਼ੀ ਡੀਪ ਸਟੇਟ ਕਿਵੇਂ ਕੌਮਾਂ ਦੇ ਆਪਣੇ ਲੀਡਰਾਂ, ਸੰਸਥਾਵਾਂ ਅਤੇ ਆਗੂਆਂ ਵੱਲੋਂ ਹੀ ਬੀਜਨਾਸ਼ ਕਰਾ ਦਿੰਦੀ ਹੈ, ਉਹ ਸਾਨੂੰ ਤਾਂ ਹੀ ਸਮਝ ਆਏਗਾ। ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਪਾਰਲੀਮੈਂਟ ਵਿੱਚ ਕੀ ਕਿਹਾ, ਇਹ ਪਾਰਲੀਮੈਂਟ ਦੇ ਰਿਕਾਰਡ ਤੋਂ ਦਾਸ ਨੇ ਡਾਊਨਲੋਡ ਕੀਤਾ। ਤੁਸੀਂ ਵੀ ਪਾਰਲੀਮੈਂਟ ਦੇ ਰਿਕਾਰਡ ਤੋਂ ਸਿਮਰਨਜੀਤ ਸਿੰਘ ਮਾਨ ਦੀ ਇਸ ਸਪੀਚ ਨੂੰ ਡਾਊਨਲੋਡ ਕਰਕੇ ਪੜ੍ਹ ਸਕਦੇ ਹੋ। ਬੜੀ ਸਪਸ਼ਟ ਹੈ ਹਰ ਚੀਜ਼। ਜੋ ਚੀਜ਼ਾਂ ਮੈਂ ਪਾਰਲੀਮੈਂਟ ਵਿੱਚ ਕਹੀਆਂ ਨੇ ਉਹ ਵੀ ਆਨਲਾਈਨ ਨੇ। ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੇ ਵੀ ਜੋ ਚੀਜ਼ਾਂ ਕਹੀਆਂ ਨੇ ਉਹ ਵੀ ਆਨਲਾਈਨ ਆ। ਪਰ ਕਿਉਂਕਿ ਬੜੀ ਵੱਡੀ ਗੱਲ ਕਹੀ ਗਈ ਹੈ ਕਿ ਖੰਡੇ ਅਤੇ ਕਿਰਪਾਨ ਨੂੰ ਸ਼ਾਮਲ ਕਰਨ ਦੀ ਮੰਗ ਕੀਤੀ ਗਈ ਸੀ ਅਤੇ ਦੂਸਰਾ ਕਿਹਾ ਗਿਆ ਕਿ ਤਿਰੰਗੇ ਵਿੱਚ ਕੋਈ ਵੀ ਸਿੱਖ ਨਿਸ਼ਾਨ ਨਹੀਂ ਹੈ। ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਨੈਸ਼ਨਲ ਆਨਰ ਸੋਧ ਬਿੱਲ 2003 ਦੇ ਅਪਮਾਨ ਦੀ ਰੋਕਥਾਮ ਬਾਰੇ ਜਿਹੜਾ ਬਿੱਲ ਰੱਖਿਆ ਗਿਆ ਸੀ, ਤਿਰੰਗੇ ਦੀ ਅਪਮਾਨ ਦੇ ਰੋਕਥਾਮ ਬਾਰੇ ਜਿਹੜਾ ਬਿੱਲ ਰੱਖਿਆ ਗਿਆ ਸੀ, ਉਸ ਵਿੱਚ ਬੋਲਦੇ ਹੋਏ ਕਿਹਾ, ਮੈਂ ਸੋਚਦਾ ਹਾਂ ਕਿ ਰਾਸ਼ਟਰੀ ਗੀਤ ਅਤੇ ਰਾਸ਼ਟਰੀ ਝੰਡੇ ਨੂੰ ਉਹ ਸਨਮਾਨ ਮਿਲਣਾ ਚਾਹੀਦਾ ਜਿਹੜੇ ਕਿ ਉਸ ਦੇ ਨਮਿੱਤ ਬਣਦਾ ਹੈ। ਸਰਦਾਰ ਸਿਮਰਨਜੀਤ ਸਿੰਘ ਮਾਨ ਇਹ ਚੀਜ਼ ਕਹਿ ਰਹੇ ਨੇ ਭਾਰਤ ਦੀ ਪਾਰਲੀਮੈਂਟ ਵਿੱਚ। ਜੋ ਉਹਨਾਂ ਨੇ ਕਿਹਾ ਉਹ ਜੋ ਦਰਜ ਕੀਤਾ ਉਹ ਮੈਂ ਤੁਹਾਨੂੰ ਦਿਖਾ ਰਿਹਾ। ਸਰਦਾਰ ਟਿਵਾਣਾ ਸਾਹਿਬ ਨੇ ਜੋ ਕਿਹਾ ਉਹ ਉਸ ਦੀ ਤੁਸੀਂ ਪੁਣਛਾਣ ਆਪੇ ਕਰ ਲਿਆ ਜੇ।
ਅੱਗੇ ਉਹ ਕਹਿ ਰਹੇ ਨੇ ਸੰਘ ਦਾ ਝੰਡਾ ਕਾਂਗਰਸ ਦੇ ਝੰਡੇ ਦੀ ਨਿਰੰਤਰਤਾ ਹੈ। ਗੱਲ ਨੂੰ ਸਮਝਿਆ ਜੇ, ਸੰਘ ਦਾ ਝੰਡਾ ਮਤਲਬ ਭਾਰਤੀ ਸੰਘ ਦਾ ਝੰਡਾ ਕਾਂਗਰਸ ਦੇ ਝੰਡੇ ਦੀ ਨਿਰੰਤਰਤਾ ਹੈ। ਕਾਂਗਰਸ ਦਾ ਝੰਡਾ ਫਿਰਕੂ ਲੀਹਾਂ ਤੇ ਬਣਿਆ ਸੀ। ਭਗਵਾ ਹਿੰਦੂਆਂ ਦਾ, ਚਿੱਟਾ ਜੈਨੀਆਂ ਅਤੇ ਬੋਧੀਆਂ ਦਾ ਅਤੇ ਮੁਸਲਮਾਨਾਂ ਦਾ ਹਰਾ ਰੰਗ ਦਾ ਪ੍ਰਤੀਕ ਹੈ। ਅਸੀਂ ਸਿੱਖਾਂ ਜਿਨ੍ਹਾਂ ਨੇ ਆਜ਼ਾਦੀ ਦੇ ਸੰਘਰਸ਼ ਵਿੱਚ ਬਹੁਤ ਯੋਗਦਾਨ ਪਾਇਆ ਹੈ, ਇਸ ਤਿਰੰਗੇ ਨਾਲ ਨਹੀਂ ਜੁੜੇ ਹੋਏ। ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਇਹ ਕਥਨ ਹੈ। ਉਹ ਫਿਰ ਅੱਗੇ ਕਹਿ ਰਹੇ ਨੇ ਅਸੀਂ ਮੰਗ ਕਰਦੇ ਹਾਂ ਕਿ ਕਮੀਆਂ ਨੂੰ ਤੁਰੰਤ ਠੀਕ ਕੀਤਾ ਜਾਵੇ ਅਤੇ ਸਾਡੀ ਪ੍ਰਤੀਨਿਧਤਾ ਨੂੰ ਦਰਸਾਉਣ ਲਈ ਤਿਰੰਗੇ ਵਿੱਚ ਗੂੜਾ ਨੀਲਾ ਰੰਗ ਪਾਇਆ ਜਾਵੇ। ਇਹ ਗੱਲਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕੀਤੀਆਂ। ਹੁਣ ਪਹਿਲੀ ਗੱਲ ਜਿਹੜੀ ਉਹਨਾਂ ਨੇ ਕੀਤੀ ਉਹ ਹੈਗੀ ਹੈ ਕਿ ਤਿਰੰਗੇ ਨੂੰ ਉਸ ਦਾ ਬਣਦਾ ਮਾਨ ਸਨਮਾਨ ਮਿਲਣਾ ਚਾਹੀਦਾ ਹੈ ਕਿਉਂਕਿ ਉਹ ਰਾਸ਼ਟਰੀ ਝੰਡਾ ਹੈ। ਦੂਸਰੀ ਗੱਲ ਉਹਨਾਂ ਨੇ ਕੀਤੀ ਕਿ ਇਹ ਰਾਸ਼ਟਰੀ ਝੰਡਾ ਜਾਂ ਤਿਰੰਗਾ ਕਾਂਗਰਸ ਦੇ ਝੰਡੇ ਦੀ ਨਿਰੰਤਰਤਾ ਹੈ। ਤੀਸਰੀ ਗੱਲ ਉਹਨਾਂ ਨੇ ਕਹੀ ਕਿ ਇਹ ਫਿਰਕੂ ਲੀਹਾਂ ਤੇ ਬਣਾਇਆ ਗਿਆ ਹੈ। ਤੀਜੀ ਗੱਲ, ਚੌਥੀ ਗੱਲ ਉਹਨਾਂ ਨੇ ਕਹੀ ਕਿ ਭਗਵਾ ਰੰਗ ਹਿੰਦੂਆਂ ਦਾ, ਚਿੱਟਾ ਜੈਨੀਆਂ ਤੇ ਬੋਧੀਆਂ ਦਾ ਤੇ ਹਰਾ ਮੁਸਲਮਾਨਾਂ ਦਾ ਪ੍ਰਤੀਕ ਹੈ। ਅਸੀਂ ਸਿੱਖਾਂ ਨੇ ਪੰਜਵੀਂ ਗੱਲ ਕਹੀ, ਸਿੱਖਾਂ ਨੇ ਬੜੀ ਕੁਰਬਾਨੀਆਂ ਕੀਤੀਆਂ ਨੇ ਪਰ ਸਾਨੂੰ ਇਸ ਤਿਰੰਗੇ ਨਾਲ ਨਹੀਂ ਜੋੜਿਆ ਗਿਆ। ਛੇਵੀਂ ਗੱਲ ਉਹਨਾਂ ਨੇ ਕਹੀ ਕਿ ਤਿਰੰਗੇ ਵਿੱਚ ਸਿੱਖਾਂ ਦਾ ਗੂੜਾ ਨੀਲਾ ਰੰਗ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਹੁਣ ਜਿਹੜਾ ਵਿਧੀਵਤ ਬਿਆਨ ਆਇਆ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਦਫ਼ਤਰ ਤੋਂ, ਉਹਨਾਂ ਦੇ ਮੁੱਖ ਬੁਲਾਰੇ ਵੱਲੋਂ, ਜਿਸ ਵਿੱਚ ਸਾਰਾ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਕਰੀਮ ਐਗਜੈਕਟਿਵ ਅਤੇ ਪ੍ਰਧਾਨ ਸਾਹਿਬ ਸ਼ਾਮਲ ਹੋਏ ਸਨ। ਉਹਨਾਂ ਨੇ ਕਿਹਾ ਕਿ ਬਈ ਪ੍ਰਧਾਨ ਸਾਹਿਬ ਨੇ ਝੰਡੇ ਵਿੱਚ ਗੂੜਾ ਨੀਲਾ ਰੰਗ ਅਤੇ ਖੰਡਾ ਕਿਰਪਾਨ ਸ਼ਾਮਲ ਕਰਨ ਦੀ ਮੰਗ ਕੀਤੀ ਸੀ। ਪਹਿਲੀ ਗੱਲ ਇਹ ਹੈਗੀ ਹੈ ਕਿ ਸਰਦਾਰ ਇਕਬਾਲ ਸਿੰਘ ਜੀ ਟਿਵਾਣਾ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਮੁੱਖ ਦਫ਼ਤਰ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਐਗਜੈਕਟਿਵ ਦੀ ਇਹ ਕਮੇਟੀ ਇਹ ਝੂਠ ਬੋਲ ਰਹੀ ਹੈ। ਉਹਨਾਂ ਨੇ ਸਿਰਫ ਗੂੜਾ ਨੀਲਾ ਰੰਗ ਸ਼ਾਮਲ ਕਰਨ ਦੀ ਗੱਲ ਕੀਤੀ ਸੀ, ਖੰਡੇ ਅਤੇ ਕਿਰਪਾਨ ਦੀ ਗੱਲ ਨਹੀਂ ਸੀ ਕੀਤੀ। ਜਿਸ ਵੇਲੇ ਅਸੀਂ ਸੰਵਿਧਾਨਕ ਸੰਸਥਾਵਾਂ ਵਿੱਚ ਕੀਤੀਆਂ ਗੱਲਾਂ ਨੂੰ ਇੰਜ ਤੋੜ ਮਰੋੜ ਕੇ ਪੇਸ਼ ਕਰਦੇ ਹਾਂ ਤੇ ਉਸ ਵੇਲੇ ਡੀਪ ਸਟੇਟ ਦੇ ਹੱਥ ਹੋਰ ਅਸੀਂ ਮਜ਼ਬੂਤ ਕਰ ਦਿੰਦੇ ਹਾਂ। ਉਹਨਾਂ ਨੂੰ ਸਮਝ ਆ ਜਾਂਦੀ ਹੈ ਕਿ ਬਈ ਆਹ ਜਮਾਤ ਕਿਹੜੇ ਧਰਾਤਲ ਤੇ ਖੜੀ ਹੈ ਤੇ ਇਹਨਾਂ ਨੂੰ ਹੋਰ ਕਿਵੇਂ ਹੇਠਾਂ ਡੇਗਣਾ ਹੈ। ਇਹ ਆਪਣੇ ਸਟੈਂਡ ਤੋਂ ਹੇਠਾਂ ਡਿੱਗਣ ਵਾਲੀਆਂ ਗੱਲਾਂ ਸਾਬਤ ਹੋ ਜਾਂਦੀਆਂ ਨੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਅਜਿਹੀ ਗੱਲ ਨਹੀਂ ਸੀ ਕਰਨੀ ਚਾਹੀਦੀ। ਸਰਦਾਰ ਸਿਮਰਨਜੀਤ ਸਿੰਘ ਮਾਨ ਬਹੁਤ ਸਿਆਣੇ ਹਨ, ਹੰਡੇ ਵਰਤੇ ਹਨ, ਪੜ੍ਹੇ ਲਿਖੇ ਹਨ। ਉਹਨਾਂ ਨੂੰ ਪਤਾ ਪਾਰਲੀਮੈਂਟ ਵਿੱਚ ਕੀ ਕਰਨਾ ਕੀ ਨਹੀਂ ਕਰਨਾ। ਉਹਨਾਂ ਨੂੰ ਇਹ ਵੀ ਪਤਾ ਕਿ ਕਿਵੇਂ ਸਿੱਖ ਕੌਮ ਨੂੰ ਬਿਆਨਾਂ ਹੀ ਉਲਝਾ ਕੇ ਗੁੰਮਰਾਹ ਕਰਨਾ ਤੇ ਕਿਵੇਂ ਨਹੀਂ ਕਰਨਾ। ਉਹ ਹਰ ਚੀਜ਼ ਜਾਣਦੇ ਹਨ। ਉਹਨਾਂ ਵੱਲੋਂ ਜੇ ਇਹ ਗੱਲ ਕਹੀ ਗਈ ਕਿ ਖੰਡੇ ਤੇ ਕਿਰਪਾਨ ਦੀ ਗੱਲ ਹੁਣ ਜੋੜ ਦਿੱਤੀ ਗਈ ਹੈ ਤੇ ਡੀਪ ਸਟੇਟ ਦੀ ਪਾਲਿਸੀ ਨੂੰ ਸਮਝਿਆ ਜੇ, ਬਹੁਤ ਗਹਿਰੀ ਪਾਲਿਸੀ ਹੈ। ਇਸ ਦੀ ਖਾਲਸਾ ਪੰਥ ਨੂੰ ਨਿਖੇਧੀ ਕਰਨੀ ਚਾਹੀਦੀ ਹੈ, ਸਿੱਖ ਕੌਮ ਨੂੰ ਨਿਖੇਧੀ ਕਰਨੀ ਚਾਹੀਦੀ ਹੈ। ਕਿਉਂ? ਇਸ ਦੇ ਦੋ ਪੱਖ ਨੇ। ਪਹਿਲੀ ਗੱਲ, ਹਾਲੇ ਤੱਕ ਖਾਲਸਾ ਪੰਥ ਨੇ ਪੰਥਕ ਤੌਰ ਤੇ ਆਪਣਾ ਕੋਈ ਵੀ ਰੰਗ ਡਿਸਾਈਡ ਨਹੀਂ ਕੀਤਾ ਤੇ ਇਕੱਲੇ ਸਰਦਾਰ ਸਿਮਰਨਜੀਤ ਸਿੰਘ ਮਾਨ ਪਾਰਲੀਮੈਂਟ ਵਿੱਚ ਕਿਵੇਂ ਕਹਿ ਸਕਦੇ ਹਨ ਕਿ ਗੂੜਾ ਨੀਲਾ ਰੰਗ ਖਾਲਸਾ ਪੰਥ ਦਾ ਰੰਗ ਹੈ ਜਾਂ ਖਾਲਸੇ ਦੀ ਸੋਵਰਨਿਟੀ ਦਾ ਪ੍ਰਤੀਕ ਹੈ? ਬੜਾ ਵੱਡਾ ਪਹਿਲਾ ਸਵਾਲ ਹੈ। ਉਹਨਾਂ ਨੇ ਪਾਰਲੀਮੈਂਟ ਵਿੱਚ ਡਿਮਾਂਡ ਕੀਤੀ, ਬਿਲਕੁਲ ਕੀਤੀ, ਪਰ ਖੰਡੇ ਅਤੇ ਕਿਰਪਾਨ ਦੀ ਡਿਮਾਂਡ ਨਹੀਂ ਕੀਤੀ।
ਉਹ ਝੂਠ ਬੋਲਿਆ ਜਾ ਰਿਹਾ। ਹੁਣ ਮੈਂ ਤਾਂ ਹੀ ਸਪੀਚ ਦੇ ਅੰਸ਼ ਤੁਹਾਨੂੰ ਪੜ੍ਹ ਕੇ ਸੁਣਾਏ ਨੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਵੀ ਆਪਣੀ ਸਪੀਚ ਜਾਰੀ ਕਰ ਦੇਣੀ ਚਾਹੀਦੀ ਹੈ। ਮੈਂ ਤਾਂ ਕਰ ਦਿੱਤੀ ਹੈ ਤੁਹਾਡੇ ਸਾਹਮਣੇ। ਹੁਣ ਉਹਨਾਂ ਨੂੰ ਵੀ ਆਪਣੀ ਵਿਧੀਵਤ ਸਪੀਚ ਉਹ ਜਾਰੀ ਕਰਨੀ ਚਾਹੀਦੀ ਹੈ, ਜਿਹਦੇ 'ਚ ਉਹਨਾਂ ਨੇ ਖੰਡੇ ਅਤੇ ਕਿਰਪਾਨ ਨੂੰ ਮਾਨਤਾ ਦੇਣ, ਝੰਡੇ 'ਚ ਮਾਨਤਾ ਦੇਣ ਦੀ ਡਿਮਾਂਡ ਕੀਤੀ ਹੈ। ਉਹ ਸਾਹਮਣੇ ਲਿਆਉਣੀ ਚਾਹੀਦੀ ਹੈ। ਨਹੀਂ ਤਾਂ ਅਜਿਹੇ ਝੂਠ ਨਹੀਂ ਬੋਲਣੇ ਚਾਹੀਦੇ। ਕੌਮ ਵਿੱਚ, ਕੌਮ ਦੀ ਜਵਾਨੀ 'ਚ ਅਜਿਹੇ ਝੂਠਾਂ ਨਾਲ ਨਿਰਾਸ਼ਤਾ ਫੈਲਦੀ ਹੈ। ਉਹ ਕੌਮ ਤੋਂ ਸਿਧਾਂਤਕ ਤੌਰ 'ਤੇ, ਸੰਕਲਪਕ ਤੌਰ 'ਤੇ ਬੇਮੁਖ ਹੁੰਦੀ ਹੈ, ਟੈਂਦੀ ਕਲਾਈ ਜਾਂਦੀ ਹੈ, ਨਿਰਾਸ਼ ਹੋ ਜਾਂਦੀ ਹੈ। ਜਿਹੜੇ ਕੰਮ ਅਸੀਂ ਬਾਰ-ਬਾਰ ਕੌਮੀਅਤ ਵਿੱਚ ਨਿਰਾਸ਼ਾ ਫੈਲਾਉਣ ਦੇ ਕਰ ਰਹੇ ਹਾਂ। ਹੁਣ ਇੱਥੇ ਗੱਲ ਬੜੀ ਸਪਸ਼ਟ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਇਸ ਡਿਮਾਂਡ ਦੇ ਪੱਖ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਮੁੱਖ ਧਿਰ, ਸ਼੍ਰੋਮਣੀ ਅਕਾਲੀ ਦਲ ਦਿੱਲੀ, ਪੰਥਕ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਾਹਿਬ ਨੂੰ ਇਹ ਸਪਸ਼ਟੀਕਰਨ ਦੇਣਾ ਬਣਦਾ ਹੈ। ਨਹੀਂ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਅੰਮ੍ਰਿਤਸਰ ਨੂੰ ਤਲਬ ਕਰਨਾ ਬਣਦਾ ਹੈ ਕਿ ਬਈ ਨੀਲਾ ਰੰਗ ਕਦੋਂ ਪੰਥ ਨੇ ਫੈਸਲਾ ਕੀਤਾ ਕਿ ਉਸ ਦੇ ਨਿਸ਼ਾਨ ਸਾਹਿਬ ਦਾ ਵੀ ਹੋਏਗਾ, ਉਹ ਪੰਥ ਦੀ ਨਿਸ਼ਾਨ ਵੀ ਹੋਏਗੀ, ਸਿੱਖ ਕੌਮੀਅਤ ਦੀ ਸੋਵਰਨਿਟੀ ਦੀ ਨਿਸ਼ਾਨੀ ਵੀ ਹੋਏਗੀ। ਅਜਿਹਾ ਕਰਨਾ ਹੁਣ ਬਹੁਤ ਜ਼ਿਆਦਾ ਜ਼ਰੂਰੀ ਹੋ ਗਿਆ ਹੈ। ਹੁਣ ਆਓ ਬਾਕੀ ਦੇ 4 ਪੱਖਾਂ ਦੀ ਵੀ ਗੱਲ ਕਰ ਲਈਏ। ਇਹ ਗੱਲਾਂ ਬੜੀਆਂ ਡੂੰਘੀਆਂ ਹੁੰਦੀਆਂ ਨੇ, ਇਹਨਾਂ ਨੂੰ ਐਵੇਂ ਹੀ ਆਈ ਗਈ ਨਹੀਂ ਕਰਨਾ ਚਾਹੀਦਾ। ਮਨ ਕੜਨ ਤੇ ਗੱਲਾਂ ਕਰਕੇ, ਮਨੋਕਲਪਤ ਖਿਆਲ ਬਣਾ ਕੇ, ਕੌਮ ਵਿੱਚ ਮਨੋਕਲਪਤ ਝੂਠ ਨੂੰ ਪ੍ਰਚਾਰ ਦੇਣ ਨਾਲ ਹਮੇਸ਼ਾ ਹੀ ਕੌਮੀ ਨਿਸ਼ਾਨਿਆਂ ਦਾ ਵਿਨਾਸ਼ ਹੋ ਜਾਂਦਾ ਹੈ। ਇਹ ਗੱਲ ਸਮਝਿਆ ਜੇ। ਖਾਲਸਾ ਜੀ, ਜਿਹੜੀਆਂ ਸਮਝਣ ਵਾਲੀਆਂ ਗੱਲਾਂ ਨੇ ਉਹਨਾਂ ਨੂੰ ਸਾਨੂੰ ਸਮਝਣਾ ਹੀ ਪੈਣਾ ਹੈ। ਡੀਪ ਸਟੇਟ ਤੋਂ ਬਾਹਰ ਨਿਕਲਣਾ ਪੈਣਾ ਸਾਨੂੰ। ਸਮਝਣ ਵਾਲੀ ਗੱਲ ਹੈ ਕਿ ਖਾਲਸੇ ਦਾ ਕੌਮੀ, ਰਾਸ਼ਟਰੀ ਜਾਂ ਨੈਸ਼ਨਲ ਕਲਰ ਹਾਲੇ ਤੱਕ ਪੰਥ ਨੇ ਬੈਠ ਕੇ ਡਿਸਾਈਡ ਨਹੀਂ ਕੀਤਾ। ਤੇ ਇਸ ਲਈ ਜੇ ਸੰਵਿਧਾਨਕ ਸਭਾ ਵਿੱਚ, ਲੋਕ ਸਭਾ ਸੰਸਦ ਵਿੱਚ ਗੁਲਾਮੀ ਦੀ ਹਾਲਤ ਵਿੱਚ ਅਸੀਂ ਆਪਣਾ ਰੰਗ ਪੇਸ਼ ਕਰ ਦਿੰਦੇ ਹਾਂ ਤੇ ਉਹ ਆਪਣੇ ਆਪ ਵਿੱਚ ਬਹੁਤ ਗੰਭੀਰ ਗੱਲ ਹੋ ਜਾਂਦੀ ਹੈ। ਹੁਣ ਰੰਗ ਦੀ ਸਥਿਤੀ ਹੈ ਕਿ ਝੰਡੇ ਦੀ, ਤਿਰੰਗੇ ਦੀ ਸਥਿਤੀ ਹੈ ਕਿ ਇਸ ਮਾਮਲੇ ਵਿੱਚ ਵੀ ਜੋ ਕੁਛ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ 2003 ਵਿੱਚ ਬੋਲਦੇ ਹੋਏ ਭਾਰਤ ਦੀ ਸੰਸਦ ਵਿੱਚ ਦਰਜ ਕਰਾਇਆ, ਉਹ ਗਲਤ ਹੈ। ਉਹ ਗਲਤ ਇੰਝ ਹੈ ਕਿ ਕਾਂਗਰਸ ਦਾ ਝੰਡਾ ਨਿਰੰਤਰਤਾ, ਕਾਂਗਰਸ ਦੇ ਝੰਡੇ ਦੀ ਨਿਰੰਤਰਤਾ ਰਾਸ਼ਟਰੀ ਝੰਡਾ ਹੈ। ਇਸ ਗੱਲ ਨੂੰ ਸਾਨੂੰ ਸਮਝਣਾ ਪੈਣਾ। ਜਿਹੜਾ ਪਹਿਲਾਂ ਕਾਂਗਰਸ ਦਾ ਝੰਡਾ ਸੀ, ਗੱਲ ਨੂੰ ਹੁਣ ਸਮਝਿਆ ਜੇ, ਜਿਹੜਾ ਪਹਿਲਾ ਕਾਂਗਰਸ ਦਾ ਝੰਡਾ ਸੀ ਉਹ 2 ਰੰਗਾਂ ਸੀ, ਚਿੱਟਾ ਅਤੇ ਹਰਾ। ਚਿੱਟਾ ਰੰਗ ਹਿੰਦੂ ਪ੍ਰਤੀਕ ਸੀ, ਜਿਹਨੂੰ ਬੌਧ ਦੇ ਤੌਰ ਤੇ ਸ਼ਾਂਤੀ ਦਾ ਪ੍ਰਤੀਕ ਮੰਨਿਆ ਗਿਆ ਸੀ, ਅਤੇ ਹਰਾ ਰੰਗ ਕਾਂਗਰਸ ਵੱਲੋਂ ਮੁਸਲਿਮ ਪ੍ਰਤੀਨਿਧਤਾ ਦਾ ਪ੍ਰਤੀਕ ਸੀ। ਕਾਂਗਰਸ ਦਾ ਝੰਡਾ 2 ਰੰਗਾ ਹੀ ਰਿਹਾ ਹੈ ਪਹਿਲਾਂ ਤੱਕ। ਇਸ ਨਿਮਿਤ ਸਿੱਖਾਂ ਨੇ ਪਹਿਲਾਂ ਵੀ ਡਿਮਾਂਡ ਕੀਤੀ ਸੀ। ਬਾਬਾ ਖੜਕ ਸਿੰਘ ਦੀ ਅਗਵਾਈ 'ਚ ਲਾਹੌਰ ਵਿੱਚ ਰਾਵੀ ਦੇ ਕੰਢੇ ਹੋਏ ਵੱਡੇ ਸਮਾਗਮ ਵਿੱਚ ਵੀ ਡਿਮਾਂਡ ਕੀਤੀ ਗਈ ਸੀ। ਇਸ ਤੋਂ ਬਾਅਦ ਇਹ ਨਿਰੰਤਰਤਾ ਵਾਲੀ ਜਿਹੜੀ ਕਹਾਣੀ ਹੈ ਇਹ ਤੋੜ ਦਿੱਤੀ ਗਈ ਤੇ ਇੱਕ ਕਾਂਗਰਸ ਦਾ ਹੀ ਇੱਕ ਸਮੁੱਚੀ ਪ੍ਰਤੀਨਿਧਤਾ ਵਾਲਾ ਝੰਡਾ ਤਿਆਰ ਕੀਤਾ ਗਿਆ, ਜਿਹੜਾ ਤਿਰੰਗਾ ਬਣਿਆ। ਉਸ ਤਿਰੰਗੇ ਵਿੱਚ ਕੇਸਰੀ ਨਿਸ਼ਾਨ ਹੈ, ਭਗਵਾ ਨਹੀਂ ਹੈ। ਭਗਵਾ ਨਿਸ਼ਾਨ ਗੇਰੂ ਰੰਗ ਦਾ ਹੁੰਦਾ ਜੇ, ਗੇਰੂਆ।
ਜਿਹੜਾ ਗਮਲਿਆਂ ਤੇ ਵੀ ਕਰਦੇ ਆ, ਗੇਰੂ ਰੰਗ ਜਿਹੜਾ ਆਮ ਮੰਦਰਾਂ ਦੀ ਮੂਰਤੀ ਤੇ ਵੀ ਹੁੰਦਾ, ਮੰਦਰਾਂ ਵਿੱਚ ਵੀ ਹੁੰਦਾ। ਗੇਰੂ ਰੰਗ ਵਿੱਚ ਭਗਵੇ ਰੰਗ ਵਿੱਚ ਸਮਾਨਤਾ, ਭਗਵਾ ਗੇਰੂ ਹੈ, ਗੇਰੂ ਭਗਵੇ ਦਾ ਪ੍ਰਤੀਰੂਪ ਤੇ ਪ੍ਰਤੀਨਿਧਤਾ ਹੈ, ਆਪਸ ਵਿੱਚ ਇੱਕ ਸਮਾਨ ਹਨ। ਪਰ ਗੇਰੂ ਔਰ ਭਗਵਾ ਕੇਸਰੀ ਨਹੀਂ ਹੈ, ਨਾ ਹੀ ਹੋਣ ਦੇਣਾ ਚਾਹੀਦਾ, ਨਾ ਹੀ ਬਣਾਉਣਾ ਚਾਹੀਦਾ। ਹੁਣ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਸ ਵੇਲੇ ਕਹਿੰਦੇ ਨੇ ਕਿ ਹਿੰਦੂਆਂ ਦਾ ਭਗਵਾ ਰੰਗ ਸ਼ਾਮਲ ਕਰ ਲਿਆ ਗਿਆ, ਉਸ ਵੇਲੇ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ 1947 ਤੋਂ ਪਹਿਲਾਂ ਜਿਹੜੀ ਸਿੱਖਾਂ ਦੀ ਨੈਸ਼ਨੈਲਿਟੀ ਨੂੰ ਅਡਾਪਟ ਕੀਤਾ ਗਿਆ ਸੀ, ਉਸ ਨੂੰ ਲੱਤ ਮਾਰ ਦਿੰਦੇ ਨੇ। ਇਹ ਨੈਸ਼ਨੈਲਿਟੀ ਦਾ ਜਿਹੜਾ ਸਿਧਾਂਤ ਹੈਗਾ, ਮੈਂ ਇਹੀ ਬਾਰ-ਬਾਰ ਨੌਜਵਾਨਾਂ ਨੂੰ ਵੀ, ਸਿੱਖ ਕੌਮ ਨੂੰ ਵੀ ਸਮਝਾ ਰਿਹਾ ਕਿ ਪਾਰਲੀਮੈਂਟ ਵਿੱਚ ਅਤੇ ਸੰਵਿਧਾਨਕ ਤੌਰ ਤੇ ਜਿਹੜੀਆਂ ਪ੍ਰਾਪਤੀਆਂ ਸਿੱਖਾਂ ਨੇ ਕਰ ਲਈਆਂ ਨੇ, ਕੁਛ ਡੀਪ ਸਟੇਟ ਵਾਲੀਆਂ ਲੋਕੀ ਅਤੇ ਸੰਸਥਾਵਾਂ ਉਹਨਾਂ ਨੂੰ ਖਤਮ ਕਰਾਉਣ ਵਾਲੇ ਪਾਸੇ ਤੁਰੀਆਂ ਹੋਈਆਂ ਨੇ ਇੰਟਰਨੈਸ਼ਨਲ ਲੈਵਲ ਤੇ, ਸਿਰਫ ਭਾਰਤ ਵਿੱਚ ਹੀ ਨਹੀਂ। ਇਸ ਲਈ ਬਾਰ-ਬਾਰ ਮੈਂ ਤੁਹਾਨੂੰ ਸੁਚੇਤ ਕਰਦਾ ਕਿ ਖਾਲਿਸਤਾਨ ਨੂੰ ਖਾਲਿਸਤਾਨ ਦੇ ਨਾਂ ਤੇ ਖਤਮ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਨੈਸ਼ਨਲ ਏਜੰਡੇ ਨੂੰ ਮੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਤੇ ਮੈਨੂੰ ਇਹ ਸ਼ੱਕ ਹੈ ਕਿ ਹੁਣ ਸਿਮਰਨਜੀਤ ਸਿੰਘ ਮਾਨ ਜਦੋਂ ਜਿੱਤ ਕੇ ਗਏ ਨੇ, ਉਹਨਾਂ ਨੇ ਇਹ ਵੀ ਕੰਮ ਸੰਪੂਰਨ ਕਰ ਦੇਣਾ। ਮੈਂ ਆਰੋਪ ਨਹੀਂ ਲਾ ਰਿਹਾ, ਸ਼ੱਕ ਕਹਿ ਰਿਹਾ ਮੈਂ, ਕਿਉਂਕਿ ਉਹਨਾਂ ਨੇ ਪਹਿਲਾਂ ਅਜਿਹੇ ਕੰਮ ਕਰ ਦਿੱਤੇ ਨੇ। ਕੇਸਰੀ ਰੰਗ ਨੂੰ ਉਹਨਾਂ ਨੇ ਭਗਵਾ ਰੰਗ ਕਰਾਰ ਦੇ ਦਿੱਤਾ ਤੇ ਹਿੰਦੂਆਂ ਦਾ ਰੰਗ ਕਰਾਰ ਦਿੱਤਾ, ਜਦਕਿ ਕਾਂਗਰਸ ਵਿੱਚ ਹਿੰਦੂਆਂ ਦਾ ਰੰਗ ਚਿੱਟਾ ਮੰਨਿਆ ਗਿਆ ਸੀ। ਕਾਂਗਰਸ ਦੇ ਇਤਿਹਾਸ ਵਿੱਚ ਵੀ ਪਤਾ ਵੀ ਸੀਤਾਰਮਈਆ ਜੀ ਨੇ ਖੁਦ ਵੀ ਲਿਖਤਬੱਧ ਕੀਤੀ ਹੈ। ਹੁਣ ਸਮਝ ਲੈਣਾ ਚਾਹੀਦਾ ਕਿ ਕੇਸਰੀ ਨਿਸ਼ਾਨ ਦੋ ਰੰਗਾ ਝੰਡੇ ਵਿੱਚ ਤੀਜਾ ਕਿਉਂ ਪਿਆ, ਕਿਵੇਂ ਪਿਆ, ਉਸ ਦੀ ਕੀ ਖਾਸੀਅਤ ਹੈ, ਤਾਂ ਜੋ ਸਿੱਖ ਜੋ ਇਸ ਨੇਸ਼ਨ ਵਿੱਚ ਆਪਣਾ ਹਿੱਸਾ ਸੁਰੱਖਿਅਤ ਕਰਾ ਚੁੱਕੇ ਨੇ, ਉਸ ਹਿੱਸੇ ਨੂੰ ਲੱਤ ਨਾ ਮਾਰੀ ਜਾਏ। ਤੀਜਾ ਹਿੱਸਾ ਇਸ ਨੇਸ਼ਨ ਦਾ ਸਿੱਖਾਂ ਲਈ ਉਹ ਰੰਗ ਰਾਹੀਂ ਸੁਰੱਖਿਅਤ ਹੁੰਦਾ ਤੇ ਉਸ ਰੰਗ ਨੂੰ ਸਭ ਤੋਂ ਉੱਪਰ ਰੱਖਿਆ ਜਾਂਦਾ ਬਾਬਾ ਖੜਕ ਸਿੰਘ ਜੀ ਦੀ ਡਿਮਾਂਡ ਤੇ। ਇਸ ਦੀ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਵੀ ਪੇਸ਼ ਕਰ, ਉਦਾਹਰਨ ਦੇ ਤੌਰ ਤੇ ਨਹੀਂ, ਪ੍ਰਮਾਣ ਦੇ ਤੌਰ ਤੇ। 1/3/1931 ਦੀ ਗੱਲ ਹੈ। ਦਾ ਟ੍ਰਿਬਿਊਨ ਉਸ ਵੇਲੇ ਲਾਹੌਰ ਤੋਂ ਛਪਦਾ ਸੀ, ਚੰਡੀਗੜ੍ਹ ਤੋਂ ਨਹੀਂ ਸੀ ਛਪਦਾ, ਯਾਦ ਰੱਖਿਆ ਜੀ। ਦਾ ਟ੍ਰਿਬਿਊਨ ਦੀ ਮੈਂ ਤੁਹਾਨੂੰ 1 ਮਾਰਚ 1931 ਦੀ ਕਾਪੀ ਦਿਖਾ ਰਿਹਾ। ਇਹ ਜੇ ਦਾ ਟ੍ਰਿਬਿਊਨ ਦੀ ਫੋਟੋ ਕਾਪੀ, ਉਸ ਨਿਊਜ਼ ਦੀ ਫੋਟੋ ਪ੍ਰਤੀ ਤੁਹਾਨੂੰ ਮੈਂ ਦਿਖਾ ਰਿਹਾ। ਮੇਰੇ ਕੋਲ ਇਸ ਦਾ ਬਲੂ ਪ੍ਰਿੰਟ ਵੀ ਹੈ ਅਤੇ ਪੂਰੀ ਆਰਕਾਈਵਸ ਤੋਂ ਲਈ ਗਈ ਕਾਪੀ, ਸਰਟੀਫਾਈ ਕਾਪੀ ਵੀ ਹੈ। ਆਰਕਾਈਵਸ ਵੀ ਭਾਰਤ ਸਰਕਾਰ ਦੇ ਆਰਕਾਈਵਸ ਤੋਂ, ਟ੍ਰਿਬਿਊਨ ਆਫਿਸ ਤੋਂ ਨਹੀਂ ਲਈ ਹੋਈ, ਉਸ ਦੀ ਸਰਟੀਫਾਈ ਕਾਪੀ ਹੈ ਮੇਰੇ ਕੋਲ। ਹੁਣ ਗਾਂਧੀ ਹੈਡਿੰਗ ਕੀ ਹੈ? ਗਾਂਧੀ ਜੀ ਪਲੇਸਡ ਵਰਡ ਟੂ 6 ਫਲੈਗ ਕੁਐਸਚਨ ਓਪਨ 1931 ਚ ਹੋ ਗਿਆ ਸਾਜੇ। ਕਲੀਅਰ ਗੱਲ ਹੈ, ਬਿਲਕੁਲ ਸਪਸ਼ਟ ਗੱਲ ਹੈ। ਕਾਂਗਰਸ ਟੂ ਡੂ ਇਟਸ ਪਾਰਟਸ, ਯੂ ਡੂ ਯੂਅਰਸ ਇਨ ਫਾਈਟ। ਤੇ ਗਾਂਧੀ ਜੀ ਇਸ ਵਿੱਚ ਕਹਿ ਰਹੇ ਨੇ ਕਿ ਸਿੱਖਾਂ ਨੇ ਜਿਹੜੀ ਡਿਮਾਂਡ ਕੀਤੀ ਹੈ ਕਿ ਕਾਂਗਰਸ ਦਾ ਝੰਡਾ ਦੋਰੰਗਾ ਕਿਉਂ ਹੈ, ਜਿਸ ਕਾਂਗਰਸ ਸਮੁੱਚੀਆਂ ਕੌਮੀਅਤਾਂ ਦੀ ਰਹਿਨੁਮਾਈ ਕਰਦੀ ਹੈ ਤੇ ਫਿਰ ਕਾਂਗਰਸ ਸਿੱਖਾਂ ਦਾ ਰੰਗ ਕਿਉਂ ਨਹੀਂ ਹੈ। ਗਾਂਧੀ ਜੀ ਕਹਿ ਰਹੇ ਨੇ, ਇਸ ਨਿਊਜ਼ ਵਿੱਚ ਬਾਕਾਇਦਾ ਮੈਂ ਨਿਊਜ਼ ਸਾਈਟ ਤੇ ਚਲਾ ਰਿਹਾ, ਗਾਂਧੀ ਜੀ ਕਹਿ ਰਹੇ ਨੇ ਕਿ ਜਿਹੜਾ ਕਾਂਗਰਸ ਦਾ ਝੰਡੇ ਦਾ ਪ੍ਰਸਤਾਵ ਸੀ, ਉਹ ਇੰਡੀਅਨ ਨੈਸ਼ਨਲ ਕਾਂਗਰਸ ਨੇ ਤਿਆਰ ਨਹੀਂ ਸੀ ਕੀਤਾ। ਉਹ ਪ੍ਰਸਤਾਵ ਮੈਂ ਮਤਲਬ ਗਾਂਧੀ ਨੇ ਖੁਦ ਦਿੱਤਾ ਸੀ, ਦੋ ਰੰਗਾਂ ਦਾ। ਜਿਹੜਾ ਗਾਂਧੀ ਦਾ
ਜਿਹੜਾ ਕਾਂਗਰਸ ਦੀਆਂ ਜਿੰਨੀਆਂ ਵੀ ਕਾਨਫਰੰਸਾਂ ਹੋਈਆਂ, ਲਾਹੌਰ ਵਿੱਚ ਵੀ ਜਿਹੜੀ ਕਾਨਫਰੰਸ ਹੋਈ ਉਸ ਵਿੱਚ ਵੀ 2 ਰੰਗਾ ਝੰਡਾ ਸੀ। ਮਿਸਟਰ ਜਿੰਨਾ ਵੀ ਕਾਂਗਰਸ ਸ਼ਾਮਲ ਹੁੰਦੇ ਰਹੇ ਉਸ ਵਿੱਚ ਵੀ 2 ਰੰਗਾ ਝੰਡਾ ਸੀ। ਅਲਾਮਾ ਇਕਬਾਲ ਵੀ ਕਾਂਗਰਸ ਦੇ ਸ਼ਾਮਲ ਹੁੰਦੇ ਰਹੇ ਉਸ ਵਿੱਚ 2 ਰੰਗਾ ਝੰਡਾ ਸੀ, ਚਿੱਟਾ ਹਿੰਦੂਆਂ ਦਾ, ਹਰਾ ਮੁਸਲਮਾਨਾਂ ਦਾ। ਬਾਬਾ ਖੜਕ ਸਿੰਘ ਜੀ ਨੇ ਉਦੋਂ ਇਹ ਮੁੱਦਾ ਚੁੱਕਿਆ ਸੀ ਅਕਾਲੀ ਦਲ ਵੱਲੋਂ, ਸਿੱਖ ਕੌਮ ਵੱਲੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ। ਤੇ ਉਸ ਵੇਲੇ ਗਾਂਧੀ ਜੀ ਨੇ ਸੀਸਗੰਜ ਸਾਹਿਬ ਗੁਰਦੁਆਰਾ ਵਿਖੇ ਆ ਕੇ ਫਲੈਗ ਦੇ ਇਸ਼ੂ ਨੂੰ ਓਪਨ ਕਰ ਦਿੱਤਾ। ਉਹਨਾਂ ਨੇ ਕਿਹਾ ਬਿਲਕੁਲ ਸਹੀ ਗੱਲ ਆ, ਸਿੱਖਾਂ ਨੇ ਜਿਹੜੀ ਡਿਮਾਂਡ ਕੀਤੀ ਹੈ ਉਸ ਡਿਮਾਂਡ 'ਤੇ ਆਉਣ ਵਾਲੀ ਇੰਡੀਅਨ ਨੈਸ਼ਨਲ ਕਾਂਗਰਸ ਦੀ ਵਰਕਿੰਗ ਕਮੇਟੀ 'ਚ ਵਿਚਾਰ ਕੀਤੀ ਜਾਏਗੀ ਤੇ ਉਸ ਨੂੰ ਸਵੀਕਾਰ ਕੀਤਾ ਜਾਵੇਗਾ। ਇਹ ਮੇਰੇ ਸ਼ਬਦ ਨਹੀਂ ਨੇ, ਇਹ ਮੇਰਾ ਵਚਨ ਹੈ ਸਿੱਖਾਂ ਨੂੰ। ਤੇ ਉਸ ਤੋਂ ਬਾਅਦ ਜਿਹੜੀ ਇੰਡੀਅਨ ਨੈਸ਼ਨਲ ਕਾਂਗਰਸ ਦੀ ਮੀਟਿੰਗ ਹੋਈ ਉਸ ਵਿੱਚ ਬਕਾਇਦਾ ਕੇਸਰੀ ਰੰਗ, ਭਗਵਾ ਨਹੀਂ, ਗੇਰਵਾ ਨਹੀਂ, ਕੇਸਰੀ ਰੰਗ ਸ਼ਬਦ ਲਿਖੇ ਗਏ, ਕੇਸਰੀ ਰੰਗ ਬਤੌਰ ਸਿੱਖ ਕੌਮੀਅਤਾਂ ਦੇ ਸ਼ਾਮਲ ਕੀਤਾ ਗਿਆ। ਉਦੋਂ ਸਿੱਖ ਕੌਮ ਨੇ, ਸ਼੍ਰੋਮਣੀ ਅਕਾਲੀ ਦਲ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਉਸ ਵੇਲੇ ਦੇ ਸਿੱਖ ਬੁੱਧੀਜੀਵੀਆਂ ਨੇ ਜਿਹੜੇ ਸਿੱਖਾਂ ਦਾ ਸੰਘਰਸ਼ ਲੜ ਰਹੇ ਸੀ, ਉਹਨਾਂ ਨੇ ਸਮੂਹਕ ਤੌਰ 'ਤੇ ਆਪਣੇ ਰੰਗ ਨੂੰ ਕੇਸਰੀ ਰੰਗ ਸ਼ੋਅ ਕੀਤਾ। ਇਸ ਗੱਲ ਨੂੰ ਨੌਜਵਾਨਾਂ ਨੂੰ ਹੀ ਸਮਝ ਲੈਣਾ ਚਾਹੀਦਾ। ਆਪਣੀਆਂ ਹੰਨੇ ਮੀਰੀ ਵਾਲੀਆਂ ਗੱਲਾਂ ਨਾ ਕਰੋ ਜਿਸ ਨਾਲ ਸਿੱਖ ਕੌਮ ਦੇ ਨੈਸ਼ਨਲ ਏਜੰਡੇ ਨੂੰ, ਨੈਸ਼ਨੈਲਿਟੀ ਦੀ ਹੋਂਦ ਨੂੰ ਤੁਸੀਂ ਖੁਦ ਡੀਪ ਸਟੇਟ ਦੇ ਹੱਥਾਂ 'ਚ ਖੇਡ ਕੇ ਖੰਡਰ ਕਰ ਦਿੰਦੇ ਹੋ, ਖਤਮ ਕਰ ਦਿੰਦੇ ਹੋ, ਕਤਲ ਕਰ ਦਿੰਦੇ ਹੋ। ਇਸ ਤੋਂ ਪਰਹੇਜ਼ ਕਰੋ। ਉਸ ਤੋਂ ਬਾਅਦ ਇੰਡੀਅਨ ਨੈਸ਼ਨਲ ਕਾਂਗਰਸ ਦਾ ਝੰਡਾ 3 ਰੰਗਾਂ ਦਾ ਹੋ ਗਿਆ ਤੇ ਸਿੱਖਾਂ ਨੂੰ ਸਭ ਤੋਂ ਉੱਪਰ ਸਥਾਨ ਦਿੱਤਾ ਗਿਆ। ਕੇਸਰੀ ਰੰਗ ਨੂੰ ਸਭ ਤੋਂ ਉੱਪਰ ਸਥਾਨ ਦਿੱਤਾ ਗਿਆ, ਹੇਠਾਂ ਜਾਂ ਵਿੱਚ ਸਥਾਨ ਨਹੀਂ ਦਿੱਤਾ ਗਿਆ। ਇਹ ਬਾਬਾ ਖੜਕ ਸਿੰਘ ਜੀ ਦੇ ਕਾਰਨ ਹੋਇਆ। ਇਸੇ ਨੂੰ ਹੀ ਵਿੱਚ ਅਸ਼ੋਕ ਚੱਕਰ ਲੈ ਕੇ ਭਾਰਤ ਦੇ ਨੈਸ਼ਨਲ ਫਲੈਗ ਦੇ ਤੌਰ 'ਤੇ ਅਡਾਪਟ ਕੀਤਾ ਗਿਆ। ਜਿਹੜਾ ਕਾਂਗਰਸ ਦਾ ਝੰਡਾ ਸੀ ਉਹ 2 ਰੰਗੇ ਝੰਡੇ 'ਚ ਚਰਖਾ ਹੁੰਦਾ ਸੀ, ਤਿਰੰਗੇ ਝੰਡੇ 'ਚ ਵੀ ਵਿੱਚ ਚਿੱਟੇ ਰੰਗ 'ਚ ਚਰਖਾ ਹੁੰਦਾ ਸੀ। ਚਰਖੇ ਨੂੰ ਹਟਾ ਦਿੱਤਾ ਗਿਆ, ਉਸ ਦੀ ਥਾਂ 'ਤੇ ਲੈ ਆਂਦਾ ਨੀਲੇ ਰੰਗ ਵਿੱਚ ਅਸ਼ੋਕ ਚੱਕਰ। ਹੁਣ ਆਇਆ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਵੀ ਗੱਲ ਕਰ ਲਈਏ। ਉਹ ਕਹਿੰਦੇ ਨੇ ਗੂੜਾ ਨੀਲਾ ਰੰਗ ਉਸ ਵਿੱਚ ਸ਼ਾਮਲ ਨਹੀਂ ਹੈ। ਹੁਣ ਗੂੜਾ ਨੀਲੇ ਰੰਗ ਵਿੱਚ ਉਸ ਵਿੱਚ ਅਸ਼ੋਕ ਚੱਕਰ ਹੈ। ਹੁਣ ਜਿਹੜਾ ਅਸ਼ੋਕ ਚੱਕਰ ਹੈ ਉਹ ਬੋਧੀ ਸਤੂਪ ਤੋਂ ਆਇਆ। ਜਿਹੜਾ ਆਪਣਾ ਭਾਰਤ ਦਾ ਰਾਸ਼ਟਰੀ ਚਿੰਨ੍ਹ ਸ਼ੇਰਾਂ ਦਾ ਨਿਸ਼ਾਨ ਵੀ ਹੈ, ਉਹ ਵੀ ਬੋਧੀ ਚਿੰਨ੍ਹ ਹੈ, ਅਸ਼ੋਕ ਦੇ ਸ਼ਾਸਨ ਕਾਲ ਦਾ ਚਿੰਨ੍ਹ ਹੈ। ਅਸ਼ੋਕ ਦੇ ਸਤੂਪ ਤੋਂ ਆਇਆ, ਬੋਧੀ ਸਤੂਪ ਤੋਂ ਆਇਆ, ਅਸ਼ੋਕ ਦੇ ਪਿੱਲਰ ਤੋਂ ਆਇਆ, ਸਾਰਨਾਥ ਦੇ ਪਿੱਲਰ ਤੋਂ ਆਇਆ। ਉਹ ਚੱਕਰ ਅਤੇ ਉਹ ਸ਼ੇਰ। ਹੁਣ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਗੱਲ ਇਸੇ ਗੱਲ ਤੇ ਝੂਠੀ ਸਾਬਤ ਹੋ ਜਾਂਦੀ ਹੈ ਕਿਉਂਕਿ ਡੀਪ ਸਟੇਟ ਹੈ। ਸਟੇਟ ਇਸ ਦੇ ਖਿਲਾਫ ਕੁਛ ਨਹੀਂ ਬੋਲਦੀ, ਉਹ ਕਹਿੰਦੀ ਕਰੀ ਜਾਣ ਦਿਓ, ਥਾਪੜਾ ਹੈ। ਗੂੜਾ ਨੀਲਾ ਰੰਗ ਤੇ ਫਿਰ ਚੱਕਰ ਦੇ ਰੂਪ ਵਿੱਚ ਉਸ 'ਚ ਸਥਾਪਿਤ ਹੈ। ਤੇ ਕੱਲ੍ਹ ਨੂੰ ਇਹੀ ਭਾਰਤੀ ਕਹਿ ਸਕਦੇ ਨੇ ਕਿ ਅਸ਼ੋਕ ਚੱਕਰ ਵੀ ਹੈ ਤੇ ਸਿੱਖਾਂ ਦਾ ਚੱਕਰ ਵੀ ਹੈ। ਗੁਰੂ ਵੀ ਚੱਕਰ ਇਸਤੇਮਾਲ ਕਰਦੇ ਰਹੇ ਨੇ, ਸਿੱਖ ਮਿਸਲਾਂ 'ਚ ਵੀ ਚੱਕਰ ਇਸਤੇਮਾਲ ਹੁੰਦਾ ਰਿਹਾ, ਚੱਕਰ ਦਸਤਾਰਾਂ 'ਚ ਵੀ ਸਜਦਾ ਰਿਹਾ। ਗੱਲਾਂ ਨੂੰ ਸਮਝਿਆ ਜੇ, ਮੈਂ ਉਦਾਹਰਨ ਦੇ ਤੌਰ 'ਤੇ ਤੁਹਾਨੂੰ ਸਮਝਾ ਰਿਹਾ। ਪਰ ਨਹੀਂ, ਨੀਲਾ ਰੰਗ ਹੈ ਪਰ ਉਹ ਸਿੱਖਾਂ ਦਾ ਨਹੀਂ ਹੈ। ਸਿੱਖਾਂ ਦਾ ਰੰਗ ਕੇਸਰੀ ਹੈ। ਕੇਸਰੀ ਰੰਗ ਦੀ ਡਿਸਕ੍ਰਿਪਸ਼ਨ ਦਿੱਤੀ ਗਈ ਹੈ। ਰਾਸ਼ਟਰੀ ਚਿੰਨ੍ਹ ਜਿਹੜੇ ਵੀ ਹੁੰਦੇ ਨੇ ਉਹਨਾਂ ਦੀ ਡਿਸਕ੍ਰਿਪਸ਼ਨ ਦਿੱਤੀ ਜਾਂਦੀ ਹੈ। ਕੱਲਾ ਇੰਝ ਹੀ ਨਹੀਂ ਹੁੰਦਾ ਕਿ ਜੀ ਤੁਸੀਂ ਰੰਗ ਸ਼ਾਮਲ ਕਰ ਦਿੱਤਾ ਤੇ ਉਹ ਰੰਗ ਤੁਹਾਡਾ ਰੰਗ ਬਣ ਗਿਆ, ਬਿਲਕੁਲ ਵੀ ਨਹੀਂ। ਅਗਰ ਤੁਸੀਂ ਨੈਸ਼ਨਲ ਫਲੈਗ ਨੂੰ ਜਾ ਕੇ ਗੂਗਲ ਤੇ, ਇੰਟਰਨੈਟ ਤੇ ਸਰਵੇ ਕਰੋ, ਸਰਚ ਕਰੋ, ਫਿਰ ਪੁੱਛੋ
कि किहड़ा केसरी है, किहड़ा चिट्टा है, किहड़ा हरा रंग है ते किहड़ा नीला विच चक्कर दा रंग है। वो तुहानूं दसेगा कि केसरी रंग इन्ना लाल, इन्ना फलाना, इन्ना फलाना, इन्ना फलाना रंग मिकदार दसेगा बना के बनाया गया। चिट्टा भी इंज बना के बनाया गया, हरा भी ऐस कलर की इन्नी मिकदार बना के बनाया गया, तो नीला भी ऐस रंग की इन्नी किरदार बना के बनाया गया। मैं क्वेश्चन चुके सी बड़े, मैं कहा सी कि गलत पढ़ाया जाता भारत विच कि भारत का तिरंगा 3 रंगां दा, बिल्कुल भी नहीं। भारत का तिरंगा 4 रंगां दा अज तक गलत पढ़ाया जा रहा है। 2003 भी जी नैशनल फ्लैग के संबंध नवा सोध बिल पास किया गया, उहदे भी यह गलती है। 3 रंगां तो इलावा चौथा जिहड़ा चक्कर का नीला रंग है, यह 4 रंगां का झंडा है। भारत का तिरंगा 4 रंगां का। हाले तक भारत की राष्ट्रीयता नूं, राष्ट्रीय पहचान नूं खुद नहीं पता कि उन्हां दा झंडा की है। तो बड़ी वड्डी त्रासदी जे। तो उस विच सिख जिहड़ा तीजा हिस्सा उन्होंने मिलिया नैशनल फ्लैग के तौर पर भारत की भूगोलिकता विच, भारत के शासन काल विच, भारत की राजनीतिक सत्ता विच, भारत की सॉवरनिटी विच वो तीजा हिस्सा मिलिया, क्योंकि 3 ही रंगां की बराबरता हैगी है, पट्टी इक्वल है, वध घट नहीं है। इन्हां सिद्धांतां नूं समझना पैना है। तो सरदार सिमरनजीत सिंह मान ने अपनी स्पीच विच इन्हां सिद्धांतां नूं लत मार दित्ती है। तो भारत विच, भारत की राष्ट्रीय पहचान विच, भारत की भूगोलिक हिस्सेदारी विच, भारत की सत्ता, राजसी सत्ता की हिस्सेदारी विच, भारत की सॉवरनिटी की हिस्सेदारी विच जिहड़ा 33% 33 हिस्सा सी सिखां दा, उसनूं खत्म करवा दिता इस स्पीच राही। मंग नहीं की, खत्म करा दिता, क्योंकि उन्होंने मान लिया कि बई सिखां दा रंग ही नहीं हैगा, तां भगवा। यह हुंदी जे डीप स्टेट की कार्रवाई। तुहानूं समझ नहीं आती, तुहानूं लगदा साडे लई ही काम कीता गया, पर वो काम किसी होर लई कीता जांदा है। इस लई नीले रंग की मंग नूं मुढ़ों ही दास रद्द करदा। सिख फलसफे, सिख स्ट्रगल के हिसाब नाल भी रद्द करदा, क्योंकि जिहड़ा भारत की इंडिपेंडेंट का स्ट्रगल होया, मैं उसकी गल कर रहा। उस स्ट्रगल विच सिखां दा केसरी रंग नुमाइंदगी करदा, मन्निया गया। तो 33% 33.33% की हिस्सेदारी हर सॉवरनिटी, राजनीतिक सत्ता, साधना, भूगोलिकता विच सिखां दी बनदी है। ताई सिखां दी अगली स्टेटहुड बनेगी, ताई सिखां दा अगला राज बनेगा, ताई सिखां दी जे अपनी स्टेट बनती है तो वो बनेगी। तो मैं जिहड़े खालिस्तान की गल करदा, वो नानकशाही खालसताई प्रणाली की वो 33% 33 हिस्सेदारी इसे संविधानिकता विचों निकलेगी। जे इसनूं तुसीं ठोकर मार दोगे तो तुहाडे पल्ले कख नहीं जे है गया अंगूठे तो सिवा। तो तुहाडे लीडर इसे लिए काम कर रहे हैं। मैं फिर अज दी अपनी इस गल नूं समाप्त करते हुए एक होर ठोस सबूत तुहानूं देना चाहुंदा कि तुसीं हो चुकियां प्राप्तियां नूं ठोकरां ना मारो। बार बार समझा रहा, इंटरनेशनल लेवल ते डीप स्टेट सिखां च वड़ी हुई है। वो इंटरनेशनल लेवल ते जिहड़ियां प्राप्तियां हो चुकियां ने उन्होंने सिखां नूं आप ही नकारदी पई है, तां जो सिखां च नमोशी आ जाए जिहड़ी आ चुकी है, तां जो सिखां च उपरामता आ जाए जिहड़ी आ चुकी है, तां जो सिखां विच अपने ही प्रति शक्की स्थिति बन जाए जिहड़ी कि बन चुकी है। तो सिख चुपचाप बह जान, चाहे इन्हां दा कोई सिर वड़ जाए, चाहे इन्हां दे गुरु नूं कोई गलियां च रोल जाए, रिएक्ट ना करन। वो स्थिति बन चुकी जे। बनाने वाले यही डीप स्टेट के लोग ने जिहड़े हर पासे बैठे ने। मैं आखिर तुहानूं एक और प्रमाण दे के समाप्ति करांगा कि इसे तिरंगे के हिसाब नाल ही
33.33% ਦੇ ਹਿਸਾਬ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 9 ਮਾਰਚ 1946 ਨੂੰ ਮਤਾ ਨੰਬਰ 18, ਜਿਸ ਨੂੰ ਸਿੱਖ ਰਾਜ ਦਾ ਮਤਾ ਕਿਹਾ ਗਿਆ, ਪਾਸ ਕੀਤਾ ਸੀ। ਮੈਂ ਫਿਰ ਦੱਸਦਾ, 9 ਮਾਰਚ 1946 ਨੂੰ ਬੜਾ ਸਪਸ਼ਟ ਪਾਸ ਹੋਇਆ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਦੀ ਮੀਟਿੰਗ ਵਿੱਚ ਜਥੇਦਾਰ ਮੋਹਨ ਸਿੰਘ ਨਾਗੋਕੇ ਦੀ ਪ੍ਰਧਾਨਗੀ ਹੇਠ ਹੋਈ, ਜਿਹੜੀ ਕਿ ਹੈੱਡਕੁਆਟਰ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਸੀ। 80 ਚੁਣੇ ਹੋਏ ਮੈਂਬਰਾਂ ਨੇ ਭਾਗ ਲਿਆ। ਪਿੰਡ ਕੁੱਕੜ ਦੇ ਸਰਦਾਰ ਬਸੰਤ ਸਿੰਘ ਜੀ ਨੇ ਮਤਾ ਪੇਸ਼ ਕੀਤਾ। ਕੀ ਮਤਾ ਸੀ? ਨੋਟ ਕਰ ਲਿਆ ਜੇ ਨੌਜਵਾਨੋ। ਦੇਸ਼ ਦੀ ਮੌਜੂਦਾ ਰਾਜਨੀਤਿਕ ਸਥਿਤੀ ਸਮੇਤ ਸਿੱਖਾਂ ਦੇ ਸਾਰੇ ਰਾਸ਼ਟਰਾਂ ਲਈ ਅਸ਼ੁਭ ਸੰਕੇਤ ਦਿੰਦੀ ਹੋਈ ਆਪਣੀ ਪਛਾਣ ਦੀ ਰੱਖਿਆ ਦੀ ਮੰਗ ਕਰਦੀ ਹੈ। ਆਪਣੀ ਪਛਾਣ ਦੀ ਰੱਖਿਆ ਦੀ ਮੰਗ ਕਰਦੀ ਹੈ। ਅਜਿਹੀਆਂ ਇਨਕਲਾਬੀ ਤਬਦੀਲੀਆਂ ਦੇ ਮੱਦੇਨਜ਼ਰ ਜੋ ਦੇਸ਼ ਵਿੱਚ ਵਾਪਰ ਰਹੀਆਂ ਹਨ ਅਤੇ ਲੋੜ ਨੂੰ ਸਮਝਦੇ ਹੋਏ ਸਿੱਖ ਪਛਾਣ ਦੀ ਰੱਖਿਆ ਵੱਲ ਪ੍ਰੇਰਦੀ ਹੈ। ਇਸ ਲਈ ਨੰਬਰ 1, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਲਾਨ ਕਰਦੀ ਹੈ ਕਿ ਸਿੱਖ ਇੱਕ ਰਾਸ਼ਟਰ ਹਨ, ਕਿਉਂਕਿ 3 ਰਾਸ਼ਟਰਾਂ ਦੀ ਥਿਊਰੀ ਅਡਾਪਟ ਕਰ ਲਈ ਗਈ ਸੀ ਅੰਗਰੇਜ਼ਾਂ ਵੱਲੋਂ ਵੀ। ਜਿਹੜਾ 1935 ਦਾ ਟਰਾਂਸਫਰ ਆਫ ਇੰਡੀਆ ਐਕਟ ਬਣਿਆ, ਜਿਹੜਾ ਕੈਬੀਨੇਟ ਮਿਸ਼ਨ ਆਇਆ, ਉਹਨੇ ਕੇਸਰੀ ਰੰਗ ਦੇ ਹਿਸਾਬ ਨਾਲ ਹੀ 3 ਰੰਗਾਂ ਦੀ ਨੈਸ਼ਨੈਲਿਟੀ ਅਡਾਪਟ ਕੀਤੀ ਸੀ, ਤੇ ਚਿੱਟੇ ਰੰਗ ਨੂੰ ਉਸਨੇ ਸਿਰਫ ਹਿੰਦੂਆਂ ਦਾ ਨਹੀਂ, ਅਦਰਸ ਦਾ, ਸਮੁੱਚੀਆਂ ਦਾ ਮੰਨਿਆ ਸੀ, ਜਿਸ ਵਿੱਚ ਮਾਨ ਸਾਹਿਬ, ਬਕੌਲ ਮਾਨ ਸਾਹਿਬ, ਸਿਰ ਬੋਧੀ ਜੈਨੀ ਹਿੰਦੂ ਨਹੀਂ ਆਉਂਦੇ, ਬਿਲਕੁਲ ਵੀ ਨਹੀਂ। ਉਸ ਵਿੱਚ SC ST BC ਸਾਰੇ ਹੀ ਆ ਜਾਂਦੇ ਨੇ। ਜਿੰਨੀਆਂ ਵੀ ਕੌਮੀਅਤਾਂ, ਜਿੰਨੇ ਵੀ ਵਰਗ ਭਾਰਤ ਵਿੱਚ ਬਾਕੀ ਰਹਿ ਰਹੇ ਸੀ, ਉਹਦੀ ਪ੍ਰਤੀਨਿਧਤਾ ਚਿੱਟਾ ਰੰਗ ਕਰਦਾ, ਸਿਰਫ ਹਿੰਦੂਆਂ, ਜੈਨੀਆਂ ਜਾਂ ਬੋਧੀਆਂ ਦੀ ਨਹੀਂ ਸੀ ਕਰਦਾ। ਯਾਦ ਰੱਖਿਆ ਜੇ, ਕੇਸਰੀ ਰੰਗ ਸਿਰਫ ਸਿੱਖਾਂ ਦੀ ਕਰਦਾ ਸੀ, ਹਰਾ ਰੰਗ ਸਿਰਫ ਮੁਸਲਮਾਨਾਂ ਦੀ ਕਰਦਾ ਸੀ। ਐਸੇ ਨਿਮਿਤ ਕਿਹਾ ਗਿਆ ਕਿ ਸਿੱਖ ਇੱਕ ਰਾਸ਼ਟਰ ਹਨ। ਨੰਬਰ 2, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਹਾਊਸ ਮੰਨਦਾ ਹੈ ਕਿ ਸਿੱਖ ਰਾਜ ਲਾਜ਼ਮੀ ਮਿਲਣਾ ਚਾਹੀਦਾ ਹੈ। ਮੁੱਖ ਸਿੱਖ ਧਰਮ ਅਸਥਾਨ, ਸਿੱਖ ਸਮਾਜਿਕ ਪ੍ਰਥਾਵਾਂ, ਸਿੱਖ ਸਵੈਮਾਨ ਅਤੇ ਮਾਣ, ਸਿੱਖ ਪ੍ਰਭੂ ਸੱਤਾ ਅਤੇ ਸਿੱਖ ਲੋਕਾਂ ਦੀ ਭਵਿੱਖ ਦੀ ਖੁਸ਼ਹਾਲੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਦਾ ਇਜਲਾਸ ਸਿੱਖ ਲੋਕਾਂ ਨੂੰ ਸਿੱਖ ਰਾਜ ਦੇ ਟੀਚੇ ਨੂੰ ਪ੍ਰਾਪਤ ਕਰਨ ਹਿਤ ਯਤਨ ਕਰਨ ਦੀ ਅਪੀਲ ਕਰਦਾ ਹੈ। ਇਸ ਤੇ ਬੜੀ ਵੱਡੀ ਕਾਰਵਾਈ ਹੈ। ਬਾਕੀ ਸਾਰਾ ਕੁਝ ਵੀ ਲਿਖਿਆ ਗਿਆ। ਇਹ ਮਤਾ ਗਿਆਨੀ ਕਰਤਾਰ ਸਿੰਘ ਜੀ MLA ਦੀ ਮੌਜੂਦਗੀ 'ਚ ਪਾਸ ਹੋਇਆ ਸੀ ਅਤੇ ਇਸ ਮਤੇ ਤੇ ਸਾਈਨ ਕਰਨ ਵਾਲੇ ਅਤੇ ਸਮਰਥਨ ਦੇਣ ਵਾਲੇ ਜਿਹੜੇ ਸਨ, ਚੰਗ ਮੰਗਿਆਣਾ ਦੇ ਸਰਦਾਰ ਗੁਰਦਿੱਤ ਸਿੰਘ ਜੀ, ਸਰਦਾਰ ਗੁਰਦਿਆਲ ਸਿੰਘ ਜੀ ਰਾਜੋਆਣਾ ਪਿੰਡ ਦੇ, ਸਰਦਾਰ ਸੋਹਣ ਸਿੰਘ ਜਲਾਲ ਉਸਰਾਨ, ਸਰਦਾਰ ਵਜ਼ੀਰ ਸਿੰਘ ਮਿੰਟ ਗੁਮਰੀ ਦੇ, ਸਰਦਾਰ ਸੰਤਾ ਸਿੰਘ ਪੰਗਾਲੀ ਅਤੇ ਇਸ ਤੋਂ ਇਲਾਵਾ ਜਥੇਦਾਰ ਮੋਹਨ ਸਿੰਘ ਨਾਗੋਕੇ ਨੇ ਦਸਤਖਤ ਕੀਤੇ ਸਨ। ਸਰਦਾਰ ਬੇਅੰਤ ਸਿੰਘ ਹੈ, ਮੈਂਬਰ SGPC, ਸਰਦਾਰ ਅਮਰ ਸਿੰਘ ਦੋਸਾਂਝ, ਜਥੇਦਾਰ ਗੁਰਦਿੱਤ ਸਿੰਘ, ਗੁਰਦਿਆਲ ਸਿੰਘ, ਸੋਹਣ ਸਿੰਘ ਜਲਾਲ, ਵਜ਼ੀਰ ਸਿੰਘ, ਸੰਤਾ ਸਿੰਘ ਪੰਗਾਲੀ ਅਤੇ ਗਿਆਨੀ ਕਰਤਾਰ ਸਿੰਘ ਜੀ ਨੇ ਇਸ 'ਤੇ ਦਸਤਖਤ ਕੀਤੇ ਸਨ। ਤੇ ਇਸ ਲਈ ਗੁਰਸਿੱਖੋ ਆਪਣੇ ਉਲਾਰ ਵਿੱਚ ਆਪਣੇ ਨੂੰ ਉਭਾਰਨ ਵਾਸਤੇ ਡੀਪ ਸਟੇਟ ਦੀ ਹਿੱਸੇਦਾਰੀ ਛੱਡ ਦਿਓ ਤੇ ਖਾਲਸਾ ਪੰਥ ਦੀ ਪ੍ਰਤੀਨਿਧਤਾ ਕਰਨੀ ਸ਼ੁਰੂ ਕਰੋ। ਖਾਲਸਾ ਪੰਥ ਦੀ ਪ੍ਰਤੀਨਿਧਤਾ ਲਈ ਜੇ ਝੂਠ ਬੋਲੋਗੇ ਤਾਂ ਖਾਲਸਾ ਪੰਥ ਦੀਆਂ ਜਿਹੜੀਆਂ ਪ੍ਰਾਪਤੀਆਂ ਹੋਈਆਂ ਨੇ ਉਹਨਾਂ ਦਾ ਨਾਮੋ ਨਿਸ਼ਾਨ ਮਿਟਾ ਦਿਓਗੇ। ਇਸ ਲਈ ਮੈਂ ਦੱਸ ਦੇਣਾ ਫਿਰ ਚਾਹੁੰਦਾ ਕਿ ਕੋਈ ਖੰਡੇ ਦੀ ਤੇ ਕਿਰਪਾਨ ਨੂੰ ਸ਼ਾਮਲ ਕਰਨ ਦੀ ਮੰਗ ਸਿਮਰਨਜੀਤ ਸਿੰਘ ਮਾਨ ਨੇ ਨਹੀਂ ਕੀਤੀ। ਇਸ ਝੂਠ ਬੋਲਣ ਲਈ ਸ਼੍ਰੋਮਣੀ ਅਕਾਲੀ ਦਲ ਦੀ ਅੰਮ੍ਰਿਤਸਰ ਦੀ ਸਮੁੱਚੀ ਲੀਡਰਸ਼ਿਪ ਪੰਥ ਤੋਂ ਮਾਫੀ ਮੰਗੇ
ਅਤੇ ਜਿਹੜੀ ਉਹਨੇ ਆਪਣੇ ਤੌਰ ਤੇ ਕਹਿਤਾ ਕਿ ਪੰਥ ਦਾ ਨੀਲਾ, ਸਿੱਖਾਂ ਦਾ ਨੀਲਾ ਰੰਗ ਹੈ, ਉਸ ਲਈ ਵੀ ਮਾਫੀ ਮੰਗੇ, ਕਿਉਂਕਿ ਤਿਰੰਗੇ ਵਿੱਚ ਨੀਲਾ ਰੰਗ ਹੈ ਅਤੇ ਸਿੱਖਾਂ ਦਾ ਕੇਸਰੀ ਰੰਗ ਸ਼ਾਮਲ ਕੀਤਾ ਗਿਆ ਸੀ। ਕੇਸਰੀ ਰੰਗ ਨੂੰ ਭਗਵਾ ਕਰਨ ਵਾਲੀਆਂ ਤਾਕਤਾਂ ਵੀ ਡੀਪ ਸਟੇਟ ਦੇ ਤੌਰ ਤੇ ਅੱਜ ਸਿੱਖ ਸੰਸਥਾਵਾਂ ਵਿੱਚ ਬਰਕਰਾਰ ਨੇ, ਤੇ ਜਿਹੜੇ ਨਿਸ਼ਾਨ ਸਾਹਿਬਾਂ ਦੇ ਵੀ ਰੰਗ ਕੇਸਰੀ ਤੋਂ ਭਗਵੇ ਵਾਲੇ ਪਾਸੇ ਜੁੜ ਰਹੇ ਨੇ, ਉਹਨਾਂ ਨੂੰ ਵੀ ਖਤਮ ਕੀਤਾ ਜਾਏ। ਕੇਸਰੀ ਕੁਦਰਤ ਦੇ ਰੰਗ ਤੋਂ ਬਣਿਆ ਜੇ, ਤੇ ਜਿਹੜਾ ਸਾਡਾ ਲਹੂ ਦਾ ਰੰਗ ਹੈ, ਜਿਹੜਾ ਬਿੰਦ ਰੱਖਿਆ ਲਹੂ ਦਾ ਰੰਗ ਅਕਾਲ ਪੁਰਖ ਨੇ ਰੱਖਿਆ, ਉਹ ਲਾਲ ਨਹੀਂ ਜੇ ਹੈਗਾ, ਉਹ ਕੇਸਰੀ ਹੈ। ਉਹ ਬਾਅਦ ਵਿੱਚ ਸੁੱਕ ਕੇ ਲਾਲ ਹੁੰਦਾ, ਜਿਵੇਂ ਕੇਸਰ ਦਾ ਰੰਗ ਹੋ ਜਾਂਦਾ, ਪਰ ਬੁਨਿਆਦੀ ਰੰਗ ਉਸਦਾ ਕੇਸਰੀ ਜੇ। ਇਹ ਸਿੱਖ ਕੌਮ ਨੇ ਆਪਣੇ ਸਟਰਗਲ ਵਿੱਚ ਅਡਾਪਟ ਕੀਤਾ। ਰੱਖਣਾ ਇਸ ਨੂੰ ਨਹੀਂ ਰੱਖਣਾ ਅੱਡ ਵਿਸ਼ਾ ਨੇ, ਪਰ ਜਦ ਤੱਕ ਉਹ ਅਡਾਪਟ ਕੀਤਾ ਗਿਆ, ਜਦ ਤੱਕ ਭਾਰਤ ਦੇ ਤਿਰੰਗੇ ਹੀ ਸਭ ਤੋਂ ਉੱਪਰ ਹੈ, ਉਹ ਉਸ ਨੂੰ ਬਰਕਰਾਰ ਰੱਖੋ, ਸਕੂਲਾਂ ਵਿੱਚ ਪੜ੍ਹਾਓ, ਆਪਣੇ ਬੱਚਿਆਂ ਨੂੰ ਪੜ੍ਹਾਓ। ਮੈਂ ਬਾਰ-ਬਾਰ ਡਿਮਾਂਡ ਕਰਦਾ, ਜੇ ਉਸ ਨੂੰ ਤੁਸੀਂ ਛੱਡ ਦਿਓਗੇ ਤਾਂ ਉਸ ਦਾ ਮਤਲਬ ਹੈ ਜੇ ਕਿ ਤੁਸੀਂ ਆਪਣੀ ਪ੍ਰਭੁਤਾ, ਸੋਵਰਨਿਟੀ ਜਿਹੜੀ ਵਿਦ ਇਨ ਇੰਡੀਆ ਤੁਸੀਂ ਕਾਇਮ ਕਰਨੀ ਹੈ, ਉਸ ਦੇ ਹੱਕ ਨੂੰ ਤਿਆਗ ਚੁੱਕੇ ਹੋ। ਜਿਹੜੀਆਂ ਸੰਵਿਧਾਨਕ ਤੇ ਕਾਨੂੰਨੀ ਮਾਨਤਾਵਾਂ ਤੁਹਾਨੂੰ ਮਿਲੀਆਂ ਨੇ, ਉਹਨਾਂ ਨੂੰ ਤੁਸੀਂ ਤਿਆਗ ਚੁੱਕੇ ਹੋ, ਤੇ ਇਸ ਪਾਸੇ ਨਾ ਵਧੋ। ਸਮੁੱਚੀ ਵੀਡੀਓ ਬਣਾਉਣ ਦਾ ਮੇਰਾ ਇਹੋ ਤਾਤਪਰ ਹੈ। ਸਮੂਹ ਸਤਿਕਾਰਯੋਗ ਸੰਗਤ ਨੂੰ, ਸਿੱਖਾਂ ਨੂੰ, ਨੌਜਵਾਨਾਂ ਨੂੰ ਬੇਨਤੀ ਹੈ ਕਿ ਮੇਰਾ ਕਿਸੇ ਦਾ ਵਿਰੋਧ ਕਰਨ ਦਾ ਕੋਈ ਤਾਲੁਕ ਨਹੀਂ ਹੈ, ਪਰ ਜਿੱਥੇ ਪੰਥ ਦੀ ਗੱਲ ਆ ਜਾਂਦੀ ਹੈ ਤੇ ਪੰਥ ਦੇ ਪ੍ਰਾਪਤੀਆਂ ਨੂੰ ਨਕਾਰਨਾ ਸ਼ੁਰੂ ਕੀਤਾ ਜਾਂਦਾ, ਉੱਥੇ ਬੋਲਣਾ, ਮੁਖਰ ਹੋ ਕੇ ਬੋਲਣਾ ਤੇ ਪ੍ਰਮਾਣਿਕਤਾ ਨਾਲ ਬੋਲਣਾ ਤੇ ਪ੍ਰਮਾਣ ਪੇਸ਼ ਕਰਕੇ ਗੱਲਾਂ ਨੂੰ ਸਾਬਤ ਕਰਨਾ ਹਰ ਸਿੱਖ ਬੁੱਧੀਜੀਵੀ ਦਾ ਫਰਜ਼ ਬਣਦਾ। ਦਾਸ ਆਪਣਾ ਫਰਜ਼ ਅਦਾ ਕਰ ਰਿਹਾ। ਅੱਗੇ ਗੱਲ ਸਿੱਖਾਂ ਦੀ, ਸਿੱਖ ਕੌਮ ਦੀ, ਸਿੱਖਾਂ ਦੇ ਆਮ ਜਨ ਦੀ ਹੈ, ਜਿਨ੍ਹਾਂ ਨੇ ਆਪਣੇ ਪ੍ਰਤੀਨਿਧ ਚੁਣੇ ਹੁੰਦੇ ਨੇ। ਤੁਸੀਂ ਜਾਗਰੂਕ ਹੋਵੋ। ਜਿਹੜੇ ਜਾਗਰੂਕ ਹੋਣਗੇ ਉਹ C5 ਚੈਨਲ ਨੂੰ YouTube ਤੇ ਜ਼ਰੂਰ ਸਬਸਕ੍ਰਾਈਬ ਕਰਨਗੇ ਤੇ ਬੈਲ ਦਾ ਬਟਨ ਵੀ ਜ਼ਰੂਰ ਨੱਪਣਗੇ। ਜਿਹੜੇ ਜਾਗਰੂਕ ਹੋਣਗੇ ਉਹ ਅਤਿੰਦਰਪਾਲ ਸਿੰਘ ਫੇਸ ਪੇਜ ਨੂੰ ਜ਼ਰੂਰ ਫੋਲੋ ਕਰਕੇ ਦਾਸ ਦੀ ਹੌਸਲਾ ਅਫਜ਼ਾਈ ਕਰਨਗੇ। ਲਾਈਕ ਜ਼ਰੂਰ ਕਰਿਆ ਜੇ, ਸ਼ੇਅਰ ਜ਼ਰੂਰ ਕਰਿਆ ਜੇ। ਇਸ ਨਾਲ ਹੌਸਲਾ ਵੱਧਦਾ, ਸੰਘਰਸ਼ ਅੱਗੇ ਵੱਧਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। C5 ਚੈਨਲ ਦਰਸ਼ਕਾਂ ਵੱਲੋਂ ਦਰਸ਼ਕਾਂ ਲਈ ਆਪ ਚਲਾਇਆ ਜਾਂਦਾ ਹੈ। ਇਸ ਲਈ ਆਪ ਸਭ ਦਰਸ਼ਕਾਂ ਨੂੰ ਬੇਨਤੀ ਹੈ ਕਿ C5 ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਲਾਈਕ ਕਰੋ ਅਤੇ ਸ਼ੇਅਰ ਕਰੋ। ਧੰਨਵਾਦ।